श्री नानक पाद पंकज बंदन पाद पंकज बंदन सिमरो अंगद दोख निकंदन अमरदास गुर हृदय त्यावो हृदय त्यावो श्री गुरु रामदास गुण गावो श्री अर्जन विगणन के नाशक विघ्नन के नाशक हर गोबिंद शुभ समत परिकाशक श्री हर राय नमो कर जोरी नमो कर जोरी गुरु हर कृष्ण बनाए बहोरी तेग बहादुर परम कृपाला परम कृपाला श्री गुरु गोबिंद सिंह विसाला तरों तरा पर पुन पुन सीसा पुन पुन सीसा बंदों बार बार जगदीसा जिसमें अमृत ज्ञान है मानक भगत बैराग श्री गुरु ग्रंथ साहिब उदद बंदों कर अनुराग एकंकारा सतगुरु तेह प्रसाद सत होए वाहिगुरु जी की फतेह विघ्न विनाशन सोए वाहिगुरु जी की फतेह विघ्न विनाशन सोए गावत बसंत मिल नाचत आनंद कर राय रंग तजी शंख फिर तने संग है जुगो जुग अटल साहिब श्री गुरु ग्रंथ साहिब जी महाराज जी की पावन पवित्र हजूरी अंदर हाजरियां भरे अचतकार युग सत्संगी जनों दोवें हाथ जोड़ के फतेह प्रवान करो आखो जी वाहिगुरु जी का खालसा वाहिगुरु जी की फतेह। सतगुरां जी की कृपा के सदका असीं पिछले दीवाना दे विच धन गुरु नानक साहिब जी महाराज जी के जीवन के बाबत जो कवि संतोख सिंह जी चूड़ामणी जी द्वारा रचित ग्रंथ श्री गुरु प्रताप सूझ ग्रंथ के विचों श्री गुरु नानक प्रकाश पूर्वराग अध्याय 16वें का प्रसंग आरंभ किया जिस दे विच धन गुरु नानक साहिब जी महाराज जी के बड़े भैन जी बेबे नानकी जी के आनंद कारज के बाबत विचार श्रवण किए ने कि आनंद कारज किस रीत के अनुसार होंदा है कि किवें किवें लोकां दे विच उत्साह है किवें किवें सके संबंधी ਜਾਂ ਹੋਰ नगर के इस्त्रियां पुरुष किवें रल मिल के खुशी मनाउंदे ने ते कुछ दिन बीत जाण तो बाद धन गुरु नानक साहिब जी महाराज जी नूं मेहता कालू जी अते राय गुलाब जी तलवंडी नगर वाल जाण ते तलवंडी तो सुल्तानपुर की धरती वाल जाण दे लई प्रेरते ने कि तुसीं उस सुल्तानपुर की धरती उत्ते जाके अपने प्यारे भैन जी बेबे नानकी जी नूं तलवंडी लैके आना करो ते इसे प्रथाए हुक्म नूं सत करके मनते हुए धन गुरु नानक साहिब जी महाराज भाई बाला जी के समेत तलवंडी नगर तो चाले पाउंदे ने ते चाले पा के राह दे विच वख-वख नगरां दा पांडा तय करते हुए जंगलां मेलियां दे विच लंघदे हुए तलवंडी नगर ते तक पहुंच करते ने।
ਇੱਥੋਂ ਤੱਕ ਦਾ ਪ੍ਰਸੰਗ ਅਸੀਂ ਪਿਛਲੇ ਦੀਵਾਨਾਂ ਦੇ ਵਿੱਚ ਸਰਵਣ ਕਰ ਚੁੱਕੇ ਹਾਂ। ਕਿਵੇਂ ਕਿਵੇਂ ਉਸ ਨਗਰ ਦੇ ਲੋਕ ਵਿਚਰਦੇ ਨੇ, ਜਾਂ ਬੇਬੇ ਨਾਨਕੀ ਜੀ ਦੇ ਨਾਲ ਕੀ ਵਿਚਾਰ ਚਰਚਾ ਹੁੰਦੀ, ਕਿਵੇਂ ਵਾਪਸ ਆਉਂਦੇ ਨੇ, ਇਹ ਵਿਚਾਰਾਂ ਅਸੀਂ ਅੱਜ ਦੇ ਦੀਵਾਨਾਂ ਦੇ ਵਿੱਚ ਸਰਵਣ ਕਰਾਂਗੇ। ਆਓ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਸਿਜਦਾ ਕਰਦਿਆਂ ਹੋਇਆਂ ਆਪਣੀ ਰਸਨਾ ਤੋਂ ਉਚਾਰਨ ਕਰੀਏ ਜੀ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਗਾਵਤ ਬਸੰਤ ਮਿਲ ਨਾਚਤ ਆਨੰਦ, ਘਰ ਰਾਏ ਰੰਗ ਤਜੀ ਸ਼ੰਕ ਫਿਰਤ ਨਿਸੰਗ ਹੈ। ਤੇ ਇਸੇ ਤਰ੍ਹਾਂ ਜਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉਸ ਨਗਰ ਦੇ ਵਿੱਚ ਪਹੁੰਚਦੇ ਨੇ, ਨਗਰ ਦੇ ਵਿੱਚ ਪਹੁੰਚ ਕੇ ਦੇਖਦੇ ਨੇ ਕਿ ਉੱਥੋਂ ਦੇ ਰਹਿਣ ਵਾਲੇ ਲੋਕ ਬੜੇ ਖੁਸ਼ ਹੋਏ ਨੇ। ਨਗਰ ਦੇ ਇਸਤਰੀਆਂ ਪੁਰਸ਼ ਬੜੇ ਆਨੰਦ ਦੇ ਰੰਗ ਦੇ ਵਿੱਚ ਰੰਗੇ ਹੋਏ ਨੇ। ਤੇ ਇਸੇ ਤਰ੍ਹਾਂ ਆਖਦੇ ਨੇ ਗਾਵਤ ਬਸੰਤ ਮਿਲ ਨਾਚਤ ਆਨੰਦ, ਤੇ ਉਹ ਬਸੰਤ ਦੇ ਗੀਤ ਗਾ ਰਹੇ ਨੇ। ਜਿਹੜੀਆਂ ਨਗਰ ਦੀਆਂ ਇਸਤਰੀਆਂ ਨੇ ਬਸੰਤ ਰੁੱਤ ਦੇ ਗੀਤ ਗਾਉਂਦੀਆਂ ਨੇ ਤੇ ਨਾਲ ਹੀ ਨਾਲ ਰਲ ਮਿਲ ਕੇ ਨੱਚਦੀਆਂ ਹਨ। ਘਰ ਰਾਏ ਰੰਗ ਤਜੀ ਸ਼ੰਕ ਫਿਰਤ ਨਿਸੰਗ ਹੈ। ਤੇ ਇਸੇ ਤਰ੍ਹਾਂ ਕਹਿੰਦੇ ਸਾਰੇ ਰਾਜਾ ਪ੍ਰਜਾ ਆਪਣੇ ਘਰਾਂ ਦੇ ਵਿੱਚ ਬੜੇ ਹੀ ਖੁਸ਼ ਨੇ, ਬੜੇ ਖੁਸ਼ੀ ਮਨਾਉਂਦੇ ਨੇ। ਤੇ ਕਹਿੰਦੇ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਹਰ ਪ੍ਰਕਾਰ ਦੇ ਸ਼ੰਕੇ ਛੱਡੇ ਹੋਏ ਨੇ ਤੇ ਬਿਨਾਂ ਕਿਸੇ ਭੈ ਤੋਂ, ਬਿਨਾਂ ਕਿਸੇ ਡਰ ਤੋਂ ਉਸ ਸੁਲਤਾਨਪੁਰ ਦੇ ਵਿੱਚ ਵਿਚਰਦੇ ਨੇ। ਹੱਥ ਸੋ ਵਜਾਏ ਤਾਰੀ ਮੁਖ ਤੇ ਸੁਨਾਏ, ਗਾਰੀ ਡਾਰੇ ਪਿਚਕਾਰੀ ਪਰ ਰੰਗਤ ਸੁਰੰਗ ਹੈ। ਤੇ ਇਸੇ ਤਰ੍ਹਾਂ ਹੁਣ ਕਵੀ ਜੀ ਇੱਥੇ ਸਮਝਾਉਣਾ ਕਰਦੇ ਨੇ ਕਿ ਉਸ ਨਗਰ ਦੇ ਵਿੱਚ ਜਿਹੜੀਆਂ ਇਸਤਰੀਆਂ ਨੇ ਜਿਵੇਂ ਖੁਸ਼ੀ ਦੇ ਗੀਤ ਗਾਉਂਦੀਆਂ ਨੇ, ਕਹਿੰਦੇ ਇਸਤਰੀਆਂ ਹੱਥਾਂ ਦੇ ਨਾਲ ਤਾੜੀ ਵਜਾ ਕੇ ਗਿੱਧਾ ਪਾਉਂਦੀਆਂ ਨੇ। ਹਾਥ ਸੋ ਵਜਾਏ ਤਾਰੀ ਮੁਖ ਤੇ ਸੁਨਾਏ ਗਾਰੀ, ਤੇ ਕਹਿੰਦੇ ਮੂੰਹ ਦੇ ਵਿੱਚੋਂ ਸਿੱਠਣੀਆਂ ਪਾਉਂਦੀਆਂ ਨੇ। ਸਿੱਠਣੀਆਂ ਦੇ ਨਾਲ ਆਪਸ ਦੇ ਵਿੱਚ ਇੱਕ ਦੂਜੇ ਨੂੰ ਤਾਨੇ ਮਿਹਣੇ ਦਿੰਦੀਆਂ ਨੇ। ਤੇ ਕਹਿੰਦੇ ਮੁਖ ਤੇ ਸੁਨਾਏ ਗਾਰੀ ਡਾਰੇ ਪਿਚਕਾਰੀ ਪਰ, ਤੇ ਫਿਰ ਇਸੇ ਤਰ੍ਹਾਂ ਪਿਚਕਾਰੀਆਂ ਭਰ ਕੇ ਕਹਿੰਦੇ ਪਰ ਰੰਗਤ ਸੁਰੰਗ ਹੈ। ਪਿਚਕਾਰੀਆਂ ਭਰ ਕਰਕੇ ਇੱਕ ਦੂਸਰੇ ਉੱਤੇ ਰੰਗ ਸੁੱਟ ਰਹੀਆਂ ਸਨ। ਭਾਵ ਉਸ ਸਮੇਂ ਦੇ ਵਿੱਚ ਇਹ ਹੋਲੀ ਦੇ ਰੰਗ ਦੀ ਜਿਹੜੀ ਗੱਲ ਹੈ, ਇਹ ਇਸ ਤਿਉਹਾਰ ਦੇ ਬਾਬਤ ਵੀ ਸਮਝਾਉਣਾ ਕੀਤਾ। ਇਸ ਤਿਉਹਾਰ ਦਾ ਵੀ ਜ਼ਿਕਰ ਕੀਤਾ ਕਿ ਕਿਵੇਂ ਉਸ ਨਗਰ ਦੇ ਲੋਕ ਇਸ ਤਿਉਹਾਰ ਦੇ ਵਿੱਚ ਖੁਸ਼ੀਆਂ ਮਨਾਉਂਦੇ ਨੇ। ਸੋਦਰੀ ਸਦਨ ਗਏ ਕਮਲ ਬਦਨ, ਪੁਨ ਬੰਦਨ ਕਦਨ ਜਾ ਕੇ ਨਾਮ ਲੇਤ ਹੋਤ ਹੈ। ਤੇ ਹੁਣ ਕਵੀ ਜੀ ਅਲੰਕਾਰ ਬਣਦੇ ਹੋਏ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਪ੍ਰਸ਼ੰਸਾ ਕਰਦੇ ਨੇ। ਤੇ ਕਹਿੰਦੇ ਜਿਵੇਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਤੇ ਜਿਹੜੇ ਕਮਲ ਦੇ ਮੁਖ ਵਰਗੇ ਨੇ, ਜਿਹੜੇ ਦੁੱਖਾਂ ਦਾ ਨਾਸ਼ ਕਰਨ ਵਾਲੇ ਨੇ, ਬੰਧਨਾਂ ਤੋਂ ਮੁਕਤੀ ਪ੍ਰਦਾਨ ਕਰਨ ਵਾਲੇ ਨੇ। ਤੇ ਇਸੇ ਤਰ੍ਹਾਂ ਕਹਿੰਦੇ ਉਹ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਬੇਬੇ ਨਾਨਕੀ ਜੀ ਦੇ ਘਰ ਦੇ ਵਿੱਚ ਪਹੁੰਚ ਜਾਂਦੇ ਨੇ। ਸਾਦਰ ਸੁਨੇ ਕਰ ਮਿਲ ਕੇ ਵਸਾਏਗੇ, ਕੁਸ਼ਲ ਪ੍ਰਸੰਨ ਬੂਝ ਆਨੰਦ ਉਦੋਤ ਹੈ। ਤੇ ਇਸੇ ਤਰ੍ਹਾਂ ਕਹਿੰਦੇ ਬੇਬੇ ਨਾਨਕੀ ਜੀ ਨੇ ਜਦੋਂ ਆਪਣੇ ਭਰਾ ਨੂੰ ਦੇਖਿਆ ਤਾਂ ਬੜਾ ਹੀ ਪਿਆਰ ਆਇਆ ਹੈ। ਬੜੇ ਆਦਰ ਸਤਿਕਾਰ ਦੇ ਨਾਲ, ਬੜੇ ਪ੍ਰੇਮ ਦੇ ਨਾਲ ਉਹਨਾਂ ਨੂੰ ਘਰ ਦੇ ਵਿੱਚ ਬਿਠਾਇਆ ਗਿਆ। ਤੇ ਕਹਿੰਦੇ ਕੁਸ਼ਲ ਪ੍ਰਸੰਨ ਬੂਝ ਆਨੰਦ ਉਦੋਤ ਹੈ। ਤੇ ਸੁਖ ਸਾਂਦ ਪੁੱਛ ਕੇ ਬੇਬੇ ਨਾਨਕੀ ਜੀ ਨੇ ਆਪਣੇ ਪਰਿਵਾਰ ਦੀ, ਮਾਤਾ ਪਿਤਾ ਦੀ, ਹੋਰ ਨਗਰ ਦੇ ਲੋਕਾਂ ਦੀ ਜਦੋਂ ਆਪਣੇ ਭਰਾ ਦੇ ਕੋਲੋਂ ਸੁਖ ਸਾਂਦ ਪੁੱਛੀ, ਸਾਰੀ ਵਿਚਾਰ ਚਰਚਾ ਹੋਈ, ਗੱਲਾਂ ਬਾਤਾਂ ਹੋਈਆਂ। ਤੇ ਉਹ ਸਾਰੇ ਪ੍ਰਸ਼ਨਾਂ ਦੇ ਜਿਹੜੇ ਉੱਤਰ ਸਨ ਪ੍ਰਾਪਤ ਕਰਕੇ ਬੇਬੇ ਨਾਨਕੀ ਜੀ ਆਪਣੇ ਮਨ ਦੇ ਵਿੱਚ ਬਹੁਤ ਆਨੰਦ ਮਹਿਸੂਸ ਕਰਦੇ ਨੇ। ਇੱਕ ਦਿਨ ਰਹੇ ਵਿਦਾ ਲੈਣ ਹੇਤ ਬੈਣ, ਕਹੇ ਸੁਣ ਕੇ ਜੈ ਰਾਮ ਸਨ ਮਾਨੇ ਰੂਪ ਜੋਤ ਹੈ। ਹੁਣ ਕਹਿੰਦੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪਣੇ ਪਿਆਰੇ ਭੈਣ ਜੀ ਬੇਬੇ ਨਾਨਕੀ ਜੀ ਦੇ ਘਰ ਦੇ ਵਿੱਚ ਸੁਲਤਾਨਪੁਰ ਦੀ ਧਰਤੀ ਦੇ ਉੱਤੇ ਕਹਿੰਦੇ ਇੱਕ ਦਿਨ ਰਹੇ। ਭਾਵ ਇੱਕ ਦਿਨ ਉੱਥੇ ਉਹਨਾਂ ਨੇ ਆਪਣਾ ਟਿਕਾਣਾ ਕੀਤਾ ਹੈ। ਤੇ ਬਾਅਦ ਦੇ ਵਿੱਚ ਕਹਿੰਦੇ ਵਿਦਾ ਲੈਣ ਹੇਤ ਬੈਣ ਕਹੇ, ਇੱਕ ਦਿਨ ਚੰਗੇ ਤਰੀਕੇ ਦੇ ਨਾਲ ਉੱਥੇ ਰਹਿਣ ਤੋਂ ਬਾਅਦ ਉਹਨਾਂ ਨੇ ਬੜੇ ਆਦਰ ਦੇ ਨਾਲ ਆਗਿਆ ਪ੍ਰਾਪਤ ਕੀਤੀ ਵੀ ਭਾਈ ਮੈਨੂੰ ਹੁਣ ਜਾਣਾ ਪਵੇਗਾ। ਉਹਨਾਂ ਨੇ ਵਿਦਾ ਲੈਣ ਵਾਸਤੇ ਬੇਨਤੀ ਕੀਤੀ ਹੈ। ਜਦੋਂ ਉਹਨਾਂ ਦੇ ਜਾਣ ਦੇ ਬਾਬਤ ਬੇਬੇ ਨਾਨਕੀ ਜੀ ਦੇ ਪਤੀ
ਭਾਈਆ ਜੈ ਰਾਮ ਜੀ ਨੂੰ ਇਸ ਬਾਬਤ ਪਤਾ ਲੱਗਾ ਤਾਂ ਆਖਦੇ ਨੇ, ਸੁਣ ਕੇ ਜੈ ਰਾਮ ਸਨਮਾਨੈ ਰੂਪ ਜੋਤ ਹੈ। ਤੇ ਜਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉੱਥੋਂ ਵਿਦਾ ਲੈਣ ਵਾਸਤੇ ਗਏ ਨੇ ਵੀ ਭਾਈ ਸਾਨੂੰ ਹੁਣ ਵਾਪਸ ਤਲਵੰਡੀ ਵੱਲ ਨੂੰ ਜਾਣਾ ਪਵੇਗਾ, ਤੇ ਜਦੋਂ ਇਹ ਸਾਰੇ ਬਚਨ ਜੈ ਰਾਮ ਜੀ ਨੇ ਸੁਣੇ ਨੇ, ਜਿਹੜੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਜੋਤ ਸਰੂਪ ਮੰਨਦੇ ਨੇ, ਤੇ ਫਿਰ ਉਹਨਾਂ ਨੇ ਬੜੇ ਆਦਰ ਸਤਿਕਾਰ ਦੇ ਨਾਲ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਬਚਨ ਕੀਤੇ ਨੇ, ਮੇਰੇ ਤਾਮ ਰਹੋ ਸੇਵਾ ਕਰੋ ਜੋ ਕਹੋ ਤੁਮ ਸੰਤ ਰੂਪ ਦੇਖੇ ਕਲੁਖ ਦੁਖ ਖੁਦ ਹੈ। ਤੇ ਫਿਰ ਭਾਈਆ ਜੈ ਰਾਮ ਜੀ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਜਿਹੜੇ ਆਗਿਆ ਲੈਣ ਆਏ ਸਨ ਵੀ ਭਾਈ ਅਸੀਂ ਸੁਲਤਾਨਪੁਰ ਤੋਂ ਚਾਲੇ ਪਾਉਣੇ ਨੇ, ਤਲਵੰਡੀ ਨਗਰ ਦੇ ਵਿੱਚ ਸਾਡੇ ਮਾਤਾ ਪਿਤਾ ਜੀ ਉਡੀਕ ਕਰਦੇ ਨੇ। ਤੇ ਜਦੋਂ ਉਹ ਸਾਰੀ ਵਿਚਾਰ ਭਾਈਆ ਜੈ ਰਾਮ ਜੀ ਨੇ ਸੁਣੀ, ਜਿਹੜੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਜੋਤ ਸਰੂਪ ਮੰਨਦੇ ਨੇ, ਜਿਹੜੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਆਦਰ ਸਤਿਕਾਰ ਕਰਦੇ ਨੇ, ਫਿਰ ਭਾਈਆ ਜੈ ਰਾਮ ਜੀ ਨੇ ਬੇਨਤੀ ਕੀਤੀ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀਓ, ਤੁਸੀਂ ਕਹਿੰਦੇ ਮੇਰੇ ਘਰ ਦੇ ਵਿੱਚ ਰਹੋ, ਇਸ ਸੁਲਤਾਨਪੁਰ ਨਗਰ ਦੇ ਵਿੱਚ ਹੀ ਰਹੋ, ਕਹਿੰਦੇ ਜੋ ਵੀ ਤੁਸੀਂ ਕਹੋਗੇ, ਕਹਿੰਦਾ ਮੈਂ ਆਪਣੇ ਅਨੁਸਾਰ ਜਿੰਨੀ ਮੇਰੇ 'ਚ ਸ਼ਮਤਾ ਹੈ ਮੈਂ ਪੂਰੀ ਸ਼ਰਧਾ ਭਾਵਨਾ ਦੇ ਨਾਲ ਆਪ ਜੀ ਦੀ ਸੇਵਾ ਕਰਾਂਗਾ। ਕਹਿੰਦੇ ਸੰਤ ਰੂਪ ਦੇਖੇ ਤੇ ਕੁਲਖ ਦੁਖ ਖੋਤ ਹੈ, ਤੁਹਾਡੇ ਸੰਤ ਰੂਪੀ ਚਿਹਰੇ ਦੇ ਦਰਸ਼ਨ ਕੀਤਿਆਂ, ਤੁਹਾਡੇ ਸੰਤਾਂ ਰੂਪੀ ਚਿਹਰੇ ਨੂੰ ਤੱਕਿਆਂ, ਕਹਿੰਦੇ ਸਾਡੇ ਸਾਰੇ ਦੇ ਸਾਰੇ ਜਿਹੜੇ ਪਾਪ ਦੁੱਖ ਨੇ ਉਹ ਦੂਰ ਹੋ ਜਾਂਦੇ ਹਨ। परमानंद जनक जराम को बखाने बैन विदा देह अब के बहोर पूरे आबई। परमानंद जनक कहते जेड़े साडे जनक दा भाव हुंदा पिता, धन गुरु नानक साहब जी महाराज आखदे ने कि पिता जी ने जिवें सानू हुक्म कीता सी, जो कुछ भी धन गुरु नानक साहब जी महाराज जी नूं मैं तां कालू जी नूं आख्या सी भी भाई तुसीं इन्ने दिन उत्थे टिकाणा करना, टिकाणा करन तो बाद तुसी वापस अपने भैन जी नूं लैके तलवंडी विखे पहुंचना है। वो सारी दी सारी विद्या, सारी दी सारी विचार उन्होंने भाईया जय राम जी नूं आखी है, ते उन्होंने उसे तरह ही कह दिता जिवें जिवें मैं तां कालू जी ने धन गुरु नानक साहब जी महाराज जी नूं आख्या सी। ते फिर आखदे ने कहंदे विदा देहो अब के बहोर पर आवई, कहंदे हुण सानू इस सुल्तानपुर दी धरती तो तलवंडी वल नूं जाना पवेगा, क्योंकि साडे पिता जी दा जो हुक्म सी ਅਸੀਂ ਉਸ ਹੁਕਮ ਨੂੰ ਸਿਰ ਮੱਥੇ ਮੰਨਦੇ ਹਾਂ। ਤੇ ਇਸ ਕਰਕੇ ਕਹਿੰਦੇ ਜਦੋਂ ਫਿਰ ਕਿਤੇ ਸਬੱਬ ਬਣੇਗਾ, ਫਿਰ ਕਿਤੇ ਸਮਾਂ ਬਣੇਗਾ, ਵਾਪਸ ਕਹਿੰਦੇ ਮੈਂ ਸੁਲਤਾਨਪੁਰ ਦੀ ਧਰਤੀ ਦੇ ਉੱਤੇ ਜ਼ਰੂਰ ਆਵਾਂਗਾ। ਭਗਨੀ ਕੋ ਲੈਨ ਮਾਤ ਪਿਤਾ ਨੇ ਪਠਾਏ, ਇਹ ਜਾਨੋ ਜੋਗ ਜਾਨੋ ਅਬ ਨਹੀਂ ਪੁਨ ਜਾਵਈ। ਤੇ ਕਹਿੰਦੇ ਫਿਰ ਆਖਦੇ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਭਗਨੀ ਕੋ ਲੈਨ, ਭਗਨੀ ਦਾ ਭਾਵ ਹੈ ਭੈਣ, ਕਹਿੰਦੇ ਮੈਂ ਆਪਣੀ ਭੈਣ ਜੀ ਨੂੰ ਲੈਣ ਵਾਸਤੇ ਮੈਨੂੰ ਮੇਰੇ ਮਾਤਾ ਪਿਤਾ ਜੀ ਨੇ ਭੇਜਿਆ ਸੀ ਵੀ ਤੁਸੀਂ ਸੁਲਤਾਨਪੁਰ ਜਾਓ, ਆਪਣੇ ਭੈਣ ਜੀ ਨੂੰ ਲੈ ਕੇ ਆਓ, ਤੇ ਕਹਿੰਦੇ ਜਿਸ ਤਰ੍ਹਾਂ ਤੁਸੀਂ ਮੁਨਾਸਿਬ ਸਮਝੋ, ਤੇ ਹੁਣ ਨਹੀਂ ਤਾਂ ਕਹਿੰਦੇ ਫਿਰ ਜਿਵੇਂ ਕਿਵੇਂ ਵੀ ਆ ਮੈਂ ਆ ਜਾਵਾਂਗਾ। ਤੇ ਭਾਈਆ ਜੈ ਰਾਮ ਜੀ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਵਿਚਕਾਰ ਵਿਚਾਰ ਚਰਚਾ ਹੁੰਦੀ ਹੈ। ਜਿਵੇਂ ਜੈ ਰਾਮ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਆਦਰ ਮਾਣ ਦਿੰਦੇ ਨੇ, ਜਦੋਂ ਬੇਬੇ ਨਾਨਕੀ ਜੀ ਅਤੇ ਭਾਈਆ ਜੈ ਰਾਮ ਜੀ ਦਾ ਰਿਸ਼ਤਾ ਜੋੜਨ ਦੇ ਬਾਬਤ ਵਿਚਾਰ ਚਰਚਾ ਹੋਈ ਸੀ ਨਾ, ਤਾਂ ਇਸੇ ਤਰ੍ਹਾਂ ਰਾਏ ਬੁਲਾਰ ਜੀ ਜੈ ਰਾਮ ਜੀ ਨੂੰ ਚੰਗੇ ਤਰੀਕੇ ਦੇ ਨਾਲ ਜਾਣਦੇ ਨੇ, ਪੂਰੀ ਜਾਣ ਪਹਿਚਾਣ ਹੈ। ਗਾਹੇ ਬਗਾਹੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਬਾਬਤ ਵੀ ਰਾਏ ਬੁਲਾਰ ਜੀ ਅਤੇ ਜੈ ਰਾਮ ਜੀ ਦੇ ਵਿਚਕਾਰ ਜ਼ਰੂਰ ਵਿਚਾਰ ਚਰਚਾ ਹੁੰਦੀ ਹੋਵੇਗੀ, ਜਿਸ ਕਰਕੇ ਜੈ ਰਾਮ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਵਡਿਆਈ ਨੂੰ, ਉਹਨਾਂ ਦੀ ਮਹਿਮਾ ਨੂੰ ਚੰਗੀ ਤਰ੍ਹਾਂ ਜਾਣਦੇ ਨੇ। ਇਸੇ ਕਰਕੇ ਉਹਨਾਂ ਨੂੰ ਬਾਰ-ਬਾਰ ਇਹ ਅਪੀਲ ਕਰਦੇ ਨੇ, ਬੇਨਤੀਆਂ ਕਰਦੇ ਨੇ ਵੀ ਤੁਸੀਂ ਸੁਲਤਾਨਪੁਰ ਦੀ ਧਰਤੀ ਦੇ ਉੱਤੇ ਟਿਕਾਣਾ ਕਰੋ, ਇੱਥੇ ਆਪਣੇ ਆਸਣ ਲਾਓ, ਪੜਾ ਲਾਓ, ਤੇ ਇਸ ਕਰਕੇ ਤੁਹਾਡੇ ਦਰਸ਼ਨ ਕੀਤਿਆਂ ਸਾਡੇ ਦੁੱਖ ਜਿਹੜੇ ਨੇ, ਪਾਪ ਨੇ, ਦੂਰ ਹੋ ਜਾਂਦੇ ਨੇ। ਪਰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਬੇਨਤੀ ਕਰਦੇ ਨੇ ਵੀ ਹੁਣ ਸਾਨੂੰ ਵਾਪਸ ਤਲਵੰਡੀ ਜਾਣਾ ਪਵੇਗਾ, ਤੇ ਅਸੀਂ ਤਾਂ ਕੇਵਲ ਤੇ ਕੇਵਲ ਆਪਣੇ ਭੈਣ ਜੀ ਨੂੰ ਲੈਣ ਵਾਸਤੇ ਆਏ ਸਾਂ। ਜਾ ਵਿਦ ਵਿਚਾਰ ਕਿਨ ਸਭਨ ਕੋ ਵਿਦਾ ਦਿਨ ਚਲੇ ਤਲਵੰਡੀ ਮੰਗ ਸੁੰਦਰ ਸੁਹਾਵਈ। ਤੇ ਇਸੇ ਤਰ੍ਹਾਂ ਕਹਿੰਦੇ ਸਾਰਿਆਂ ਨੇ, ਘਰ ਦੇ ਜੀਆਂ ਨੇ ਰਲ ਮਿਲ ਕੇ ਸਭ ਨੇ ਜਦੋਂ ਵਿਚਾਰ ਕੀਤੀ, ਤੇ ਫਿਰ ਸਾਰਿਆਂ ਨੇ ਬੜੇ ਹੀ ਪ੍ਰੇਮ ਦੇ ਨਾਲ, ਬੜੇ ਪਿਆਰ ਦੇ ਨਾਲ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਵਿਦਾ ਕੀਤਾ ਹੈ। ਤੇ ਕਹਿੰਦੇ ਚਲੇ ਤਲਵੰਡੀ ਮੰਗ ਸੁੰਦਰ ਸੁਹਾਵਈ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ
ਬੇਬੇ ਨਾਨਕੀ ਜੀ ਨੂੰ ਲੈ ਕੇ ਤਲਵੰਡੀ ਦੇ ਰਾਹ ਪਏ ਹੋਏ ਹਨ। बेदी कुल केत आए सुसा के समेत निज प्रवेशन केत मात अंग मैना मावई। कहते बेदी कुल केत, बेदी कुल दे दुलारे धन गुरु नानक साहब जी महाराज अपनी भैन जी दे समेत बेबे नानकी जी दे समेत अपने घर आ गए ने। ते जदों घर दे विच आउंदे ने मात अंग मैना मावई, माता जी ने जदों भैन भरा नूं घर दे विच प्रवेश हुंदिआं देखिआ तां माता तृप्ता जी दा ਦੋਨਾਂ ਆਪਣੇ ਧੀ ਪੁੱਤਰ ਨੂੰ ਦੇਖ ਕੇ ਜਿਹੜੀ ਉਹਨਾਂ ਦੇ ਮਨ ਦੇ ਵਿੱਚ ਪਿਆਰ ਭਾਵਨਾ ਪੈਦਾ ਹੁੰਦੀ ਹੈ ਨਾ, ਉਹ ਕਿਸੇ ਵੀ ਤਰ੍ਹਾਂ ਦੇ ਨਾਲ ਬਿਆਨ ਨਹੀਂ ਕੀਤੀ ਜਾਂਦੀ। ਕਹਿੰਦੇ ਦੋਨਾਂ ਭੈਣ ਭਰਾਵਾਂ ਨੂੰ ਆਉਂਦਿਆਂ ਵੇਖ ਕੇ ਮਾਤਾ ਜੀ ਬਹੁਤ ਪ੍ਰਸੰਨ ਹੋਏ ਹਨ। ਸਵਿਆ ਰਾਏ ਸੁਨਿਓ ਨਿਜ ਬਲਬ ਆਵਨ ਦਾਸ ਪਠਾਵਨ ਕੀਨ ਤਦਾਈ। ਤੇ ਜਦੋਂ ਹੁਣ ਰਾਏ ਬੁਲਾਰ ਜੀ ਨੂੰ ਪਤਾ ਲੱਗਾ ਵੀ ਮੇਰੇ ਨਗਰ ਦਾ ਉਹ ਮਹਾਨ ਸ਼ਖਸੀਅਤ ਜਿਹਨੂੰ ਰੱਬੀ ਜੋਤ ਕਰਕੇ ਜਾਣਦੇ ਨੇ, ਜਿਨ੍ਹਾਂ ਦੇ ਕਾਰਨ ਮੇਰੀ ਇਹ ਤਲਵੰਡੀ ਜਿਹੜੀ ਹੈ, ਤਲਵੰਡੀ ਨਗਰ ਜਿਹੜਾ ਹੈ ਚੰਗੇ ਤਰੀਕੇ ਦੇ ਨਾਲ ਵਸਦਾ ਹੈ। ਤਲਵੰਡੀ ਨਗਰ ਦੇ ਰਹਿਣ ਵਾਲੇ ਲੋਕਾਂ ਦੇ ਦੁੱਖ ਦੂਰ ਹੁੰਦੇ ਨੇ ਜਿਨ੍ਹਾਂ ਕਰਕੇ। ਜਦੋਂ ਰਾਏ ਬੁਲਾਰ ਜੀ ਨੂੰ ਪਤਾ ਲੱਗਾ ਵੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਵਾਪਸ ਤਲਵੰਡੀ ਨਗਰ ਦੇ ਵਿੱਚ ਆ ਗਏ ਨੇ, ਤੇ ਕਹਿੰਦੇ ਉਹਨਾਂ ਨੇ ਦਾਸ ਪਠਾਵਨ ਕੀਨ ਤਦਾਈ, ਆਪਣੇ ਇੱਕ ਸੇਵਕ ਨੂੰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਬੁਲਾਉਣ ਵਾਸਤੇ ਭੇਜਿਆ ਹੈ। ਲੀਨ ਬੁਲਾਏ ਸੋ ਪਾਸ ਵਸਾਏ ਹਿਰਦੈ ਸੁਖ ਪਾਏ ਅੱਖੀਂ ਪਰ ਆਈ। ਲੀਨ ਬੁਲਾਏ, ਜਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਬੁਲਾਇਆ ਗਿਆ ਤੇ ਜਦੋਂ ਫਿਰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਰਾਏ ਗੁਲਾਬ ਜੀ ਦੇ ਕੋਲ ਪਹੁੰਚਦੇ ਨੇ, ਸੋ ਪਾਸ ਵਸਾਏ। ਰਾਏ ਗੁਲਾਬ ਜੀ ਨੇ ਬੜੇ ਆਦਰ ਸਤਿਕਾਰ ਦੇ ਨਾਲ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਸਤਿਕਾਰ ਕਰਦਿਆਂ ਆਪਣੇ ਕੋਲ ਆਪਣੇ ਪਾਸ ਬਿਠਾਉਣਾ ਕੀਤਾ ਹੈ। ਹਿਰਦੈ ਸੁਖ ਪਾਏ ਅੱਖੀਂ ਭਰ ਆਈ। ਜਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕੀਤੇ ਨੇ ਰਾਏ ਗੁਲਾਬ ਜੀ ਨੇ ਨਾ, ਤਾਂ ਮਨ ਦੇ ਵਿੱਚ ਬਹੁਤ ਪ੍ਰੇਮ ਭਾਵਨਾ ਪੈਦਾ ਹੁੰਦੀ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਦੇਖਦਿਆਂ ਹੀ ਉਹਨਾਂ ਦੇ ਅੱਖਾਂ ਦੇ ਵਿੱਚ ਬੈਰਾਗ ਆ ਜਾਂਦਾ। ਕਈ ਵਾਰੀ ਅਸੀਂ ਦੇਖਦੇ ਆ ਨਾ, ਜਿਨ੍ਹਾਂ ਦੇ ਨਾਲ ਸਾਡਾ ਅੱਤ ਦਾ ਨੇਹ ਹੋਵੇ, ਅੱਤ ਦਾ ਪਿਆਰ ਹੋਵੇ, ਜਦੋਂ ਕਿਤੇ ਇੱਕ ਪਲ ਦੇ ਲਈ ਵੀ ਉਹ ਸਾਡੀਆਂ ਉਹ ਅੱਖਾਂ ਤੋਂ ਦੂਰ ਹੁੰਦਾ ਹੈ ਤਾਂ ਸਾਡੇ ਜੀ ਨੂੰ ਕਾਹਲ ਜਿਹੀ ਪੈਂਦੀ, ਸਾਡਾ ਚਿੱਤ ਕਿਤੇ ਨਹੀਂ ਲੱਗਦਾ। ਇਸੇ ਤਰ੍ਹਾਂ ਹੁਣ ਰਾਏ ਬੁਲਾਰ ਜੀ ਦਾ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਨਾਲ ਅਥਾਹ ਪਿਆਰ ਹੈ। ਹਾਲਾਂਕਿ ਇੱਕ ਦਿਨ ਦੇ ਲਈ ਹੀ ਉਹ ਸੁਲਤਾਨਪੁਰ ਦੀ ਧਰਤੀ ਦੇ ਉੱਤੇ ਰੁਕੇ ਨੇ, ਦੂਸਰੇ ਦਿਨ ਉਹਨਾਂ ਨੇ ਵਾਪਸ ਚਾਲੇ ਪਾ ਦਿੱਤੇ ਨੇ, ਪਰ ਫਿਰ ਵੀ ਰਾਏ ਬੁਲਾਰ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਬਿਨਾਂ ਰਹਿ ਨਹੀਂ ਸਕੇ। ਇਸੇ ਕਰਕੇ ਹੁਣ ਜਦੋਂ ਰਾਏ ਬੁਲਾਰ ਜੀ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕੀਤੇ ਨੇ, ਜਿੱਥੇ ਅਥਾਹ ਪਿਆਰ ਸ਼ਰਧਾ ਭਾਵਨਾ ਮਨ ਦੇ ਵਿੱਚ ਪੈਦਾ ਹੁੰਦੀ ਹੈ, ਉੱਥੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਦੇਖਦੇ ਹੀ ਰਾਏ ਬੁਲਾਰ ਜੀ ਨੇ ਅੱਖਾਂ ਭਰ ਲਈਆਂ ਨੇ। ਪ੍ਰੇਮ ਸਬੂਜ ਸਰੀਰ ਪੀਰਕ ਪ੍ਰੀਤ ਨਵੀਨ ਕਰੀ ਅਧਿਕਾਈ। ਤੇ ਕਹਿੰਦੇ ਬੜੇ ਪ੍ਰੇਮ ਭਾਵਨਾ ਦੇ ਨਾਲ ਰਾਏ ਬੁਲਾਰ ਜੀ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਹਾਲ ਚਾਲ ਪੁੱਛਿਆ ਹੈ, ਉਹਨਾਂ ਦੇ ਸਰੀਰ ਦੀ ਸੁੱਖ ਸਾਂਦ ਪੁੱਛੀ ਹੈ। ਜਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਉਹਨਾਂ ਦੇ ਪ੍ਰਸ਼ਨਾਂ ਦੇ ਉੱਤਰ ਦਿੱਤੇ ਨੇ, ਤੇ ਕਹਿੰਦੇ ਸਾਰੇ ਬਚਨ ਸੁਣ ਕੇ ਰਾਏ ਬੁਲਾਰ ਜੀ ਦੇ ਮਨ ਦੇ ਵਿੱਚ ਹੋਰ ਪ੍ਰੇਮ ਵੱਧ ਗਿਆ ਹੈ। ਧੀਰ ਤੁਰੰਤਰ ਸ੍ਰੀ ਗੁਰਪੂਰਨ ਸੇਮ ਕਹੀ ਉਜੈ ਰਾਮ ਵਡਾਈ। ਕਹਿੰਦੇ ਧੀਰਜ ਦੇ ਧਾਰਨਹਾਰੇ, ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਟਿਕਾ ਕੀਤਾ ਹੈ, ਜਿਨ੍ਹਾਂ ਦੀ ਆਤਮਾ ਟਿਕਾ ਕਰਕੇ ਟਿਕੀ ਹੋਈ ਹੈ, ਸ੍ਰੀ ਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਅਤੇ ਜੈ ਰਾਮ ਜੀ ਦੀ ਵਡਿਆਈ ਕੀਤੀ ਹੈ। ਉਹਨਾਂ ਨੇ ਆਪਣੇ ਭੈਣ ਜੀ ਦੇ ਪ੍ਰਾਹੁਣੇ ਦੇ, ਆਪਣੇ ਜੀਜਾ ਜੀ ਦੀ ਵੀ ਵਡਿਆਈ ਕੀਤੀ ਰਾਏ ਬੁਲਾਰ ਜੀ ਦੇ ਪਾਸ, ਵੀ ਬੜੇ ਸੋਹਣੇ ਤਰੀਕੇ ਦੇ ਨਾਲ ਉਹਨਾਂ ਨੇ ਮੇਰੀ ਆਓ ਭਗਤ ਕੀਤੀ, ਮੈਨੂੰ ਬੜੇ ਤਰੀਕੇ ਦੇ ਨਾਲ ਉਹਨਾਂ ਨੇ ਰੋਕਣ ਦੀ ਕੋਸ਼ਿਸ਼ ਵੀ ਕੀਤੀ, ਪਰ ਜਿਸ ਤਰ੍ਹਾਂ ਆਪ ਜੀ ਦਾ ਹੁਕਮ ਸੀ, ਪਿਤਾ ਜੀ ਦਾ ਹੁਕਮ ਸੀ, ਮੈਂ ਉਸੇ ਹੁਕਮ ਤੇ ਚੱਲਦਿਆਂ ਭੈਣ ਬੇਬੇ ਨਾਨਕੀ ਜੀ ਨੂੰ ਲੈ ਕੇ ਤਲਵੰਡੀ ਨਗਰ ਦੇ ਵਿੱਚ ਆ ਗਿਆ ਹਾਂ। ਦੋਹਰਾ ਸਦਨ ਐ ਦੁਖ ਕੰਦਲ ਪੁਣ ਜਿਨ ਤੇ ਮਦਨ ਲਜਾਏ, ਰਦਨ ਕੁੰਦ ਕੰਦਲ ਆਨੰਦ ਮੰਦ ਮੰਦ ਗਤ ਪਾਏ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਿਹੜੇ ਦੁੱਖਾਂ ਦਾ ਨਾਸ਼ ਕਰਨ ਵਾਲੇ ਨੇ, ਜਿਨ੍ਹਾਂ ਦੇ ਦਰਸ਼ਨ ਕੀਤੇ ਆ, ਹਰ ਇੱਕ ਜੀਵ ਦੇ ਮਨ ਦੇ ਵਿੱਚ ਜਿੱਥੇ ਪ੍ਰੇਮ ਸ਼ਰਧਾ ਭਾਵਨਾ ਪੈਦਾ ਹੁੰਦੀ, ਰਾਏ ਬੁਲਾਰ ਜੀ ਦੇ ਵਾਂਗ ਜਿਨ੍ਹਾਂ ਦੇ ਜੀਵਨ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕੀਤਿਆਂ ਵਿਰਾਗ ਪੈਦਾ ਹੁੰਦਾ ਹੈ, ਅੱਖਾਂ ਭਰ ਆਉਂਦੀਆਂ ਨੇ।
ਜਿਨ੍ਹਾਂ ਦੇ ਜੀਵਨ ਦੇ ਵਿੱਚ ਦੁੱਖਾਂ ਦਾ ਨਾਸ਼ ਹੋ ਜਾਂਦਾ, ਜਿਹੜੇ ਮੁਕਤੀ ਦਾ ਮਾਰਗ ਧਾਰਨ ਕਰ ਲੈਂਦੇ ਨੇ। ਇਸੇ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕੀਤਿਆਂ ਕਹਿੰਦੇ ਉਹਨਾਂ ਦੀ ਤੂਰ ਜਿਹੜੀ ਸੀ ਬੜੀ ਗੰਭੀਰ ਹੈ, ਆਨੰਦ ਦੀ ਗੰਦਲ ਹਨ, ਆਨੰਦਮਈ ਹੋ ਕੇ ਆਪਣਾ ਜੀਵਨ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਬਤੀਤ ਕਰ ਰਹੇ ਹਨ। ਕਬਿਤ ਸੁੰਦਰ ਬਦਨ ਪਰ ਤਨਕ ਸਮਸ ਮਸ ਮਾਨੋ ਸਿੰਗਾਰ ਨਿਜ ਰੂਪ ਪ੍ਰਗਟਾਵਈ। ਜਦੋਂ ਅਸੀਂ ਪਿਛਲੇ 14ਵੇਂ ਅਤੇ 15ਵੇਂ ਅਧਿਆਇ ਦੀ ਵਿਚਾਰ ਕੀਤੀ ਸੀ, ਜਦੋਂ 14ਵੇਂ ਅਧਿਆਇ ਦਾ ਪ੍ਰਸੰਗ ਆਰੰਭ ਕੀਤਾ ਸੀ ਤਾਂ ਕਵੀ ਸੰਤੋਖ ਸਿੰਘ ਜੀ ਚੂੜਾਮਣੀ ਜੀ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਜਿਹੜੀ ਉਮਰ ਸੀ ਉਹ ਕਿਸ਼ੋਰ ਅਵਸਥਾ ਦਾ ਜ਼ਿਕਰ ਕੀਤਾ ਸੀ, ਭਾਵ 11 ਤੋਂ 15 ਸਾਲ ਤੱਕ ਦੀ ਉਮਰ ਦਾ ਜ਼ਿਕਰ ਕੀਤਾ ਸੀ। ਹੁਣ ਇਸ ਪ੍ਰਸੰਗ ਦੇ ਵਿੱਚ ਕਵੀ ਜੀ ਆਖਦੇ ਨੇ ਸੁੰਦਰ ਬਦਰ ਪਰ ਤਨਕ ਸ਼ਮਸ਼ਮਸ, ਕਹਿੰਦੇ ਸੁੰਦਰ ਮੁਖ ਦੇ ਉੱਤੇ ਜਿਹੜੀ ਉਹਨਾਂ ਦੇ ਮੂੰਹ ਦੇ ਉੱਤੇ ਸੋਹਣੀ ਦਾੜੀ ਜਿਹੜੀ ਹੈ ਉਹ ਆਣੀ ਸ਼ੁਰੂ ਹੋ ਗਈ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਸੁੰਦਰ ਮੁਖ ਉੱਤੇ ਦਾੜੀ ਦਾ ਕਹਿੰਦੇ ਕਾਲਾਪਣ, ਜਿਹੜੇ ਹੌਲੀ ਹੌਲੀ ਵਾਲ ਉਹ ਪੁੰਗਰਨੇ ਸ਼ੁਰੂ ਹੋ ਗਏ ਨੇ। ਕਹਿੰਦੇ ਉਹਨਾਂ ਦਾ ਮਾਨੋ ਸ਼ਿੰਗਾਰ ਦੇ ਵਿੱਚ ਹੋਰ ਚਾਰ ਚੰਦ ਲਾਉਂਦੇ ਨੇ। ਇਸੇ ਤਰ੍ਹਾਂ ਉਹਨਾਂ ਦਾ ਨਿੱਜੀ ਸਰੂਪ ਪ੍ਰਗਟ ਹੋ ਰਿਹਾ ਹੈ। ਕਿਦੋ ਸਸ ਪਾਸ ਚਹਿ ਪਸਰਿਓ ਤਮ ਸਜਸ, ਕਿਦੋ ਮੁਖ ਸਾਰਸ ਮੈਂ ਮਦੁਪ ਸੁਹਾਵਈ। ਤੇ ਹੁਣ ਕਵੀ ਜੀ ਅਲੰਕਾਰ ਬੰਨ੍ਹਦੇ ਨੇ, ਜਿਵੇਂ ਆਮ ਤੌਰ ਦੇ ਉੱਤੇ ਅਸੀਂ ਆਪਣੇ ਘਰਾਂ ਦੇ ਵਿੱਚ ਬੱਚਿਆਂ ਨੂੰ ਵੀ ਦੇਖਦੇ ਹਾਂ, ਨੌਜਵਾਨ ਵੀਰਾਂ ਨੂੰ ਵੀ ਦੇਖਦੇ ਹਾਂ, ਜਦੋਂ ਉਹਨਾਂ ਦੇ ਮੁਖ ਦੇ ਉੱਤੇ ਦਾੜੀ ਫੁੱਟਣੀ ਸ਼ੁਰੂ ਹੋ ਜਾਂਦੀ ਤਾਂ ਉਸੇ ਪ੍ਰਸੰਗ ਨੂੰ ਕਲਪਨਾ ਕਰਦੇ ਹਾਂ ਕਵੀ ਸੰਤੋਖ ਸਿੰਘ ਜੀ ਨੇ ਅਲੰਕਾਰ ਬੰਨੇ ਨੇ। ਕਹਿੰਦੇ ਉਹਨਾਂ ਦੇ ਮੁਖ ਦੇ ਉੱਤੇ ਉਹ ਦਾੜੀ ਇਸ ਤਰ੍ਹਾਂ ਸੁਭਾਈਮਾਨ ਹੈ, ਇਸ ਤਰ੍ਹਾਂ ਉਹਨਾਂ ਦੀ ਸ਼ਖਸੀਅਤ ਨੂੰ ਚਾਰ ਚੰਦ ਲਗਾਉਂਦੀ ਹੈ। ਤੇ ਕਹਿੰਦੇ ਜਿਵੇਂ ਚੰਦਰਮਾ ਦੇ ਕੋਲ ਹਨੇਰਾ ਥੋੜਾ ਜਿਹਾ ਪਸਰਿਆ ਹੋਵੇ, ਇੰਨੇ ਵਾਲ ਕਾਲੇ ਨੇ। ਤੇ ਨਾਲ ਹੀ ਨਾਲ ਕਹਿੰਦੇ ਇਵੇਂ ਵੀ ਸ਼ੋਭਨਿਕ ਹੋ ਰਹੀ ਹੈ, ਜਿਵੇਂ ਇੱਕ ਸੋਹਣੇ ਫੁੱਲ ਦੇ ਉੱਤੇ ਕਿਤੇ ਇੱਕ ਭੌਰਾ ਰਸ ਚੁਗਣ ਦੇ ਲਈ ਆਉਂਦਾ, ਅਸੀਂ ਉਸ ਫੁੱਲ ਦੇ ਉੱਤੇ ਦੇਖਦੇ ਹਾਂ ਕਿ ਉਹ ਭੌਰਾ ਇੱਕਦਮ ਦਿਖਦਾ ਹੈ, ਸਾਨੂੰ ਅਲੱਗ ਦਿਖਦੀ ਹੈ। ਇਸੇ ਤਰ੍ਹਾਂ ਉਹਨਾਂ ਦੇ ਸੋਹਣੇ ਕਮਲ ਮੁਖ ਦੇ ਉੱਤੇ ਇਹ ਦਾੜੀ ਦਾ ਜਿਹੜਾ ਹੈ ਪ੍ਰਕਾਸ਼ ਹੋਇਆ ਹੈ। ਪੂਜਾ ਹੈ ਪ੍ਰਲੰਬ ਪਾਰੀ 29 ਸਿਕੰਦ ਚਾਰੀ, ਦਇਆ ਪਰੀ ਨੈਣ ਕੋਰ ਚਿਤ ਕੋ ਚੁਰਾਵਈ। ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਹੁਣ ਸਰੀਰ ਦਾ ਜ਼ਿਕਰ ਕਰਦੇ ਨੇ। ਕਹਿੰਦੇ ਉਹਨਾਂ ਦੀਆਂ ਜਿਹੜੀਆਂ ਬਾਹਾਂ ਨੇ, ਭੁਜਾਂ ਦਾ ਭਾਵ ਹੁੰਦਾ ਬਾਹਾਂ, ਪੂਜਾ ਹੈ ਪ੍ਰਲੰਬ ਭਾਰੀ, ਤੇ ਕਹਿੰਦੇ ਬਾਹਾਂ ਬਹੁਤ ਲੰਮੀਆਂ ਨੇ। 29 ਸਿਕੰਦ ਚਾਰੀ, ਤੇ ਕਹਿੰਦੇ ਜਿਹੜੇ ਮੋਢੇ ਨੇ ਉਹ ਸੁੰਦਰ ਅਤੇ ਉੱਚੇ ਹਨ। ਦਇਆ ਭਰੀ ਨੈਣ ਕਰ, ਤੇ ਅੱਖਾਂ ਦੀ ਕੋਨਾਂ ਦੇ ਕਟਾਕ ਚਿੱਤ ਨੂੰ ਚਰਾ ਰਹੇ ਨੇ। ਤੇ ਅੱਖਾਂ ਵੀ ਕਹਿੰਦੇ ਉਹਨਾਂ ਦੀਆਂ ਬਹੁਤ ਸੋਹਣੀਆਂ ਲੱਗਦੀਆਂ ਨੇ। ਕੁੰਡਲ ਕਪੋਲ ਪਰ ਚਮਕਤ ਝੋਲ ਲੋਲ ਲੈ, ਚੁੰਬਕ ਅਮੋਲ ਸਭ ਹੀਰ ਤੇ ਲੁਭਾਵਈ। ਤੇ ਇਸੇ ਤਰ੍ਹਾਂ ਹੁਣ ਕਵੀ ਜੀ ਉਹਨਾਂ ਦੇ ਸੋਹਣੇ ਮੁਖ ਦੀ ਜਿਹੜੀ ਚਰਚਾ ਕਰਦੇ ਨੇ। ਕਹਿੰਦੇ ਉਹਨਾਂ ਦੇ ਮੁਖ ਦੇ ਉੱਤੇ ਜਿਹੜੀ ਠੋਡੀ ਹੈ ਉਹ ਵੀ ਬਹੁਤ ਸੋਹਣੀ ਲੱਗ ਰਹੀ ਹੈ। ਉਹਨਾਂ ਦਾ ਮੁਖ ਬਹੁਤ ਸੋਹਣਾ ਲੱਗਦਾ ਹੈ, ਜਿਹੜਾ ਹਰ ਕੋਈ ਇਲਾਕੇ ਦੇ ਲੋਕ ਦੇਖ ਕੇ ਬਹੁਤ ਉਹਨਾਂ ਵੱਲ ਦੇਖ ਕੇ ਪ੍ਰਭਾਵਿਤ ਹੁੰਦੇ ਨੇ। ਸਵਿਆ ਰਾਗ ਵਿਰੋਧ ਤੇ ਬੀਤ ਨਿਰੋਧਨ, ਯਾਦ ਤੇ ਰੀਤ ਸਦਾ ਜਿਨ ਕੀ। ਹੁਣ ਕਵੀ ਜੀ ਆਖਦੇ ਨੇ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਿਨ੍ਹਾਂ ਨੇ ਮੋਹ ਤੋਂ ਰੋਕਣ ਦੀ ਤੇ ਬਿਰਤੀ ਨੂੰ ਇਕਾਗਰ ਕਰਨ ਦੀ ਜਿਨ੍ਹਾਂ ਦੀ ਸਦਾ ਹੀ ਰੀਤੀ ਰਹੀ ਹੈ, ਜਿਨ੍ਹਾਂ ਨੇ ਆਪਣੀ ਬਿਰਤੀ ਨੂੰ ਇਕਾਗਰ ਕਰਨ ਦੀ ਰੀਤ ਅਪਣਾਈ ਹੋਈ ਹੈ, ਜਿਨ੍ਹਾਂ ਨੇ ਮੋਹ ਨੂੰ ਰੋਕਣ ਦੀ ਰੀਤ ਜਿਹੜੀ ਹੈ ਉਹ ਕਾਇਮ ਕੀਤੀ ਹੈ। ਸ਼ਿਵੈ ਨ ਸਖੈ ਹਰੰਖ ਮਨ, ਸ਼ੋਕ ਦਵੈ ਜੋ ਦੈ ਕੰਜ ਚਲੰਕਣ ਕੀ। ਇਸੇ ਤਰ੍ਹਾਂ ਆਖਦੇ ਨੇ ਕਿ ਜਿਵੇਂ ਕਮਲ ਦੇ ਪੱਤੇ ਨੇ, ਪਾਣੀ ਦੀ ਬੂੰਦ ਛੋਹ ਨਹੀਂ ਸਕਦੀ। ਅਸੀਂ ਛੱਪੜ ਦੇ ਵਿੱਚ, ਅਸੀਂ ਕਿਸੇ ਪਾਣੀ ਦੇ ਸੋਮੇ ਦੇ ਵਿੱਚ ਦੇਖਦੇ ਹਾਂ, ਜਦੋਂ ਕਮਲ ਦੇ ਫੁੱਲ ਉਸ ਦੇ ਵਿੱਚ ਪੈਦਾ ਹੁੰਦੇ ਨੇ ਤਾਂ ਕਮਲ ਦਾ ਫੁੱਲ ਹੁੰਦਾ ਤਾਂ ਪਾਣੀ ਦੇ ਵਿੱਚ ਹੀ ਪੈਦਾ ਹੈ, ਪਰ ਉਸ ਦੇ ਉੱਤੇ ਪਾਣੀ ਦੀ ਇੱਕ ਬੂੰਦ ਵੀ ਨਹੀਂ ਡਿੱਗਦੀ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਜੀਵਨ ਦੇ ਬਾਬਤ ਇੱਥੇ ਜ਼ਿਕਰ ਕਰਦੇ ਨੇ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੰਸਾਰ ਦੇ ਵਿੱਚ ਵਿਚਰਦੇ ਨੇ। ਸੰਸਾਰ ਦੇ ਲੋਕ ਮੋਹ ਦੇ ਪਸਾਰੇ ਦੇ ਵਿੱਚ ਫਸੇ ਹੋਏ ਨੇ, ਮੋਹ ਦੇ ਜਾਲ ਦੇ ਵਿੱਚ ਫਸੇ ਹੋਏ ਨੇ। ਇਸ ਮੋਹ ਰੂਪੀ ਜਾਲ ਦੇ ਵਿੱਚ ਵਿਚਰਦੇ ਹੋਏ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੰਸਾਰ ਦੇ ਜੀਆਂ ਦੇ ਵਿੱਚ ਵਿਚਰਦੇ ਹੋਏ ਇੰਜ ਆਪਣੇ ਆਪ ਨੂੰ ਨਿਰਲੇਪ ਰੱਖਦੇ ਨੇ, ਜਿਵੇਂ ਉਹ ਪਾਣੀ ਦੇ ਵਿੱਚ ਉੱਗਿਆ ਹੋਇਆ ਇੱਕ ਕਮਲ ਦਾ ਫੁੱਲ ਆਪਣੇ ਉੱਤੇ ਪਾਣੀ ਦਾ ਪ੍ਰਭਾਵ ਨਹੀਂ ਪੈਣ ਦਿੰਦਾ।
ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਇਹਨਾਂ ਮਾਇਕ ਪਦਾਰਥਾਂ ਦਾ ਮੋਹ ਦਾ ਆਪਣੇ ਉੱਤੇ ਜਰਾ ਰੱਤਾ ਭਰ ਵੀ ਪ੍ਰਭਾਵ ਨਹੀਂ ਪੈਣ ਦਿੰਦੇ। ਇੱਕ ਸੇ ਆਨੰਦ ਮੈਂ ਮਗਨ ਜਗ ਤਾਰਨ ਲੀਲਾ ਕਰੇ ਤਨ ਕੀ। ਇਸੇ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਸਰੀਰਕ ਤੌਰ ਦੇ ਉੱਤੇ ਜਗ ਨੂੰ ਤਾਰਨ ਦੀ ਜਿਹੜੀ ਹੈ ਉਹ ਲੀਲਾ ਕਰਦੇ ਨੇ। ਇੱਕ ਰਸ ਆਨੰਦ ਦੇ ਵਿੱਚ ਰਹਿ ਕੇ ਮਗਨ ਰਹਿੰਦੇ ਨੇ, ਪ੍ਰਭੂ ਦੀ ਬੰਦਗੀ ਕਰਦੇ ਨੇ, ਭਗਤੀ ਕਰਦੇ ਨੇ। ਐਸੇ ਗੁਰੂ ਕੋ ਜੋ ਸਤ ਸੰਗਤ ਸੇਵਤ ਕਿਆ ਉਪਮਾ ਤਿਨ ਕੀ। ਜਿਹੜੇ ਅਜਿਹੇ ਗੁਰੂ ਦੀ ਕਹਿੰਦੇ ਸਤ ਸੰਗਤ ਕਰਦੇ ਨੇ, ਜਿਹੜੇ ਆਪ ਮਾਇਆ ਤੋਂ ਨਿਰਲੇਪ ਨੇ, ਜਿਨ੍ਹਾਂ ਦੇ ਉੱਤੇ ਮਾਇਆ ਕਿਸੇ ਵੀ ਤਰ੍ਹਾਂ ਦਾ ਪ੍ਰਭਾਵ ਨਹੀਂ ਪਾ ਸਕਦੀ, ਤੇ ਕਹਿੰਦੇ ਜਿਹੜੇ ਇਹੋ ਜਿਹੇ ਗੁਰੂ ਦੀ ਸਤ ਸੰਗਤ ਕਰਦੇ ਨੇ ਉਹਨਾਂ ਦੀ ਉਪਮਾ ਕੌਣ ਜਾਣ ਸਕਦਾ ਹੈ। ਦੁਨੀਆ ਦੇ ਉੱਤੇ ਦੇਖੀਏ ਬਹੁਤ ਝੂਠੇ ਗੁਰੂ ਬਣੀ ਫਿਰਦੇ ਨੇ, ਆਪਣੇ ਆਪ ਨੂੰ ਕਹਾਉਂਦੇ ਤਾਂ ਸੱਚੇ ਨੇ, ਪਰ ਜੀਵਨ ਦੇ ਵਿੱਚ ਜਦੋਂ ਝਾਤ ਮਾਰਦੇ ਆ ਕਿਤੇ ਨਾ ਕਿਤੇ ਉਹ ਵੀ ਵਿਕਾਰਾਂ ਦੇ ਜਾਲ ਦੇ ਵਿੱਚ ਫਸੇ ਹੋਏ ਨੇ। ਜਿਹੜੇ ਆਪ ਹੀ ਵਿਕਾਰਾਂ ਦੇ ਮੋਹ ਦੇ ਵਿੱਚ ਫਸੇ ਹੋਏ ਨੇ, ਜਿਨ੍ਹਾਂ ਦੇ ਜੀਵਨ ਦੇ ਵਿੱਚ ਆਪਣੇ ਆਪ ਹੀ ਲੋਭ, ਕ੍ਰੋਧ, ਕਾਮ ਵਾਸਨਾਵਾਂ ਜਿਹੜੀਆਂ ਹਾਵੀ ਨੇ, ਉਹ ਦੂਜਿਆਂ ਨੂੰ ਇਹਨਾਂ ਚੀਜ਼ਾਂ ਤੋਂ ਕਿਵੇਂ ਮੁਕਤ ਪ੍ਰਦਾਨ ਕਰ ਦੇਣਗੇ। ਇਸੇ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਿਹੜੇ ਆਪ ਮੁਕਤੀ ਦੇ ਦਾਤੇ ਨੇ, ਜਿਹੜੇ ਵੀ ਇਹਨਾਂ ਦੀ ਸਤ ਸੰਗਤ ਕਰਦੇ ਨੇ, ਕਹਿੰਦੇ ਉਹਨਾਂ ਦੀ ਉਪਮਾ ਕੌਣ ਜਾਣ ਸਕਦਾ ਹੈ। ਦੋਹਰਾ ਉਦਾਸੀਨ ਬ੍ਰਿਤ ਮੈਂ ਸਦਾ ਸ਼੍ਰੀ ਬੇਦੀ ਕੁਲ ਕੇਤ। ਅਸਬਿਦ ਦਿਵਸ ਬੇਤਾਵਈ ਜਗ ਤਾਰਨ ਕੇ ਹੇਤ। ਇਸੇ ਤਰ੍ਹਾਂ ਕਹਿੰਦੇ ਬੇਦੀ ਕੁਲ ਦੇ ਦੁਲਾਰੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉਦਾਸੀਨ ਬ੍ਰਿਤੀ ਦੇ ਵਿੱਚ ਰਹਿੰਦੇ ਹੋਏ ਇਸ ਵਿਧੀ ਦੇ ਅਨੁਸਾਰ ਜਗ ਨੂੰ ਤਾਰਨ ਵਾਸਤੇ ਦਿਨ ਬਤੀਤ ਕਰਦੇ ਹਨ। ਕਬਿਤ ਬਹੁ ਜੈ ਰਾਮ ਚਲ ਆਇ ਸਸੁਰਾਰ ਤਾਮ ਜਾਕੋ ਅਭਿਰਾਮ ਬੇਕਲੇ ਨੇ ਹਿਤ ਨਾਨਕੀ। ਤੇ ਹੁਣ ਜਦੋਂ ਥੋੜੇ ਦਿਨ ਬਤੀਤ ਹੋ ਗਏ ਨੇ, ਬੇਬੇ ਨਾਨਕੀ ਜੀ ਆਪਣੇ ਪੇਕੇ ਘਰ ਦੇ ਵਿੱਚ ਰਹਿੰਦੇ ਨੇ, ਤਲਵੰਡੀ ਨਗਰ ਦੇ ਵਿੱਚ ਰਹਿੰਦੇ ਨੇ। ਕਹਿੰਦੇ ਥੋੜੇ ਦਿਨ ਬਤੀਤ ਹੁੰਦੇ ਨੇ। ਦਿਨ ਬਤੀਤ ਹੋਣ ਤੋਂ ਬਾਅਦ ਜੈ ਰਾਮ ਜੀ ਕਹਿੰਦੇ ਚੱਲ ਕੇ ਆਪਣੇ ਸਹੁਰੇ ਘਰ ਦੇ ਵਿੱਚ ਆਉਂਦੇ ਨੇ। ਸੁਲਤਾਨਪੁਰ ਤੋਂ ਚੱਲ ਕੇ ਤਲਵੰਡੀ ਨਗਰ ਵਿੱਚ ਆਉਂਦੇ ਨੇ, ਜਿਸ ਨੇ ਬੇਬੇ ਨਾਨਕੀ ਜੀ ਨੂੰ ਲੈਣ ਹਿੱਤ ਵਾਸਤੇ ਬੇਬੇ ਨਾਨਕੀ ਜੀ ਦੇ ਹਿੱਤ ਕਹਿੰਦੇ ਸੁੰਦਰ ਪੋਸ਼ਾਕ ਪਹਿਨੀ ਹੋਈ ਸੀ। ਸੁਣ ਕੇ ਬੁਲਾਰ ਨੇ ਬੁਲਾਏ ਪਠਾ ਤਤਕਾਲ ਆਏ ਮਿਲਿਓ ਭਲੀ ਰੀਤ ਕਰੀ ਸਨ ਮਨ ਕੀ। ਤੇ ਕਹਿੰਦੇ ਜਦੋਂ ਰਾਏ ਬੁਲਾਰ ਜੀ ਨੂੰ ਪਤਾ ਲੱਗਾ ਵੀ ਸਾਡੇ ਨਗਰ ਦੇ ਵਿੱਚ ਮਹਿਤਾ ਕਾਲੂ ਜੀ ਦੇ ਜਵਾਈ ਜੀ ਆਏ ਨੇ, ਬੇਬੇ ਨਾਨਕੀ ਜੀ ਦੇ ਪਤੀ ਜੀ ਆਏ ਨੇ, ਜੈ ਰਾਮ ਜੀ ਆਏ ਨੇ, ਤਾਂ ਰਾਏ ਬੁਲਾਰ ਜੀ ਨੇ ਬੜੇ ਸਤਿਕਾਰ ਦੇ ਨਾਲ ਇੱਕ ਦਾਸ ਨੂੰ ਭੇਜਿਆ, ਆਪਣੇ ਨੌਕਰ ਨੂੰ ਭੇਜਿਆ। ਤੇ ਉਹਨਾਂ ਦੇ ਆਉਣ ਦਾ ਜਦੋਂ ਪਤਾ ਲੱਗਾ ਤਾਂ ਛੇਤੀ ਦੇ ਨਾਲ ਉਹਨਾਂ ਨੇ ਭਾਈਆ ਜੈ ਰਾਮ ਜੀ ਨੂੰ ਆਪਣੇ ਕੋਲ ਆਉਣ ਦੇ ਵਾਸਤੇ ਸੱਦਾ ਭੇਜਿਆ ਹੈ। ਕੁਸ਼ਲ ਪ੍ਰਸੰਗ ਕਰ ਹਿਰਦੇ ਮੈਂ ਆਨੰਦ ਤਰ ਬੋਲਿਓ ਸਮਝਾਣ ਹਿਤ ਵਿਦਗਤ ਦਾਨ ਕੀ। ਤੇ ਕਹਿੰਦੇ ਜਦੋਂ ਭਾਈਆ ਜੈ ਰਾਮ ਜੀ ਉਹਨਾਂ ਦੇ ਕੋਲ ਜਾ ਕੇ ਮਿਲਦੇ ਨੇ, ਬੜਾ ਉਹਨਾਂ ਦਾ ਆਦਰ ਸਨਮਾਨ ਕੀਤਾ ਜਾਂਦਾ ਰਾਏ ਬੁਲਾਰ ਜੀ ਦੇ ਵੱਲੋਂ। ਇਸੇ ਤਰ੍ਹਾਂ ਕੁਸ਼ਲ ਪ੍ਰਸੰਗ ਕਰ ਹਿਰਦੇ ਮੈਂ ਆਨੰਦ ਤਰ, ਸੁਖ ਸਾਨ ਕੁਛ ਪਛਾ ਕੇ ਹਿਰਦੇ ਦੇ ਵਿੱਚ ਬਹੁਤ ਪ੍ਰਸੰਨ ਹੁੰਦੇ ਨੇ। ਤੇ ਇਸੇ ਤਰ੍ਹਾਂ ਬੋਲਿਓ ਸਮਝਾਣ ਹਿਤ ਵਿਦਗਤ ਦਾਨ ਕੀ। ਤੇ ਮੁਕਤੀ ਦੇ ਦਾਤੇ ਭਾਵ ਧੰਨ ਗੁਰੂ ਨਾਨਕ ਸਾਹਿਬ ਜੀ ਬਾਰੇ ਸਮਝਾਉਣ ਹਿਤ ਕਿਹਾ ਹੈ। ਕਲਾ ਬਣ ਨਾਨਕ ਸੁਜਾਨ ਕੋ ਤੁਮ ਭਲੇ ਮਾਨ, ਕਲਾ ਕਰਤ ਕਾਲੂ ਸਮਝ ਨਾ ਸਿਆਣ ਕੀ। ਤੇ ਇਸੇ ਤਰ੍ਹਾਂ ਹੁਣ ਜੈ ਰਾਮ ਜੀ ਨੂੰ ਰਾਏ ਬੁਲਾਰ ਜੀ ਆਖਦੇ ਨੇ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪਿਤਾ ਜੀ ਮਹਿਤਾ ਕਾਲੂ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਮਹਿਮਾ ਨੂੰ, ਉਹਨਾਂ ਦੀ ਵਡਿਆਈ ਨੂੰ ਸਮਝ ਨਹੀਂ ਸਕਦੇ। ਉਹ ਕਲਾਵਾਨ ਨੇ, ਚਤੁਰ ਨੇ, ਭਾਵ ਸਿਆਣੇ ਨੇ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਭਲਾ ਮੰਨ, ਪਰ ਉਹ ਤਾਂ ਕਾਲੂ ਜੀ ਜਿਹੜੇ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਕਲਾਵਾਨ ਨਹੀਂ ਸਮਝਦੇ। ਉਹ ਇਹਨਾਂ ਦੇ ਔਗਣ ਚਿਤਾਰਦੇ ਨੇ ਤੇ ਗੱਲ ਗੱਲ ਦੇ ਉੱਤੇ ਕਹਿੰਦੇ ਝਗੜਾ ਕਰਦੇ ਨੇ। ਇਸ ਕਰਕੇ ਹੁਣ ਕਹਿੰਦੇ ਨਾਨਕ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਉਹਨਾਂ ਦੇ ਅੰਦਰ ਸਮਝਣ ਦੀ ਉਹਨਾਂ ਦੇ ਅੰਦਰ ਸਿਆਣਪ ਨਹੀਂ ਹੈ। ਇਹ ਜੈ ਰਾਮ ਜੀ ਅਤੇ ਰਾਏ ਬੁਲਾਰ ਜੀ ਆਪਸ ਦੇ ਵਿਚਾਰ ਚਰਚਾ ਕਰਦੇ ਨੇ। ਇੱਥੋਂ ਤੱਕ ਦਾ ਪ੍ਰਸੰਗ ਅਸੀਂ ਅੱਜ ਦੇ ਦੀਵਾਨਾਂ ਦੇ ਵਿੱਚ ਸਰਵਣ ਕਰ ਚੁੱਕੇ ਹਾਂ। ਰਹਿੰਦੀਆਂ ਵਿਚਾਰਾਂ ਅਸੀਂ ਅਗਲੇਰੇ ਦੀਵਾਨਾਂ ਦੇ ਵਿੱਚ ਸਰਵਣ ਕਰਾਂਗੇ। ਵਿਚਾਰਾਂ ਕਰਦੇ ਭੁੱਲਾ ਚੁੱਕਾ ਹੋ ਜਾਣੀਆਂ ਸੁਭਾਵਿਕ ਨੇ। ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ਣਯੋਗ ਹੈ। ਬਖਸ਼ਦੇ ਹੋਏ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।